ਤਿਆਰ ਪਾਦ ਨੈਣ ਦੇਹ रूप रंग आरेख थे को कह ना सकते अचर मूर्त अनपव प्रकाश अमितोज कहते कोत इंद्र इंद्रान साहे साहान कविजय त्रिपवन महीप सुर नर असुर नेत नेत बंतरण कहत वह सर्व नाम कथ कवना कर्म नाम वर्णत सुमत वह सर्व नाम कथ कवन कर्म नाम वर्णत सुमत। वाहिगुरु जी गढ़हंस महला तीजा गुरमुख सब वपार भला जे सहजे की जय राम अंतिन नाम बखाणिए लाहा हर रस पीते राम गुरमुख सब व्यापार भला जे सहजे की जय राम अंतिन नाम बखाणिए लाहा हर रस पीजे राम लाहा हर रस लीजै हर बीजै अंतिन नाम बखाणै गुण संग्रह अवगण विकण आपे आप पछाण गुरमत पाई वड्डी वड्याई सच्चे शब्द रस पीजै नानक हर की भगत निराली गुरमुख विरलै कीजै गुरमत पाई वड्डी वड्याई सच्चे शब्द रस पीजै नानक हर की भगत निराली गुरमुख विरलै कीजै। वाहिगुरु जी का खालसा वाहिगुरु जी की फतेह। गुरु की साजी नवाजी होई गुरु रूप गुरु खालसा साध संगत जीओ जिनके भाग बड़े हैं भाई तिन साधु संग मुख जुरे महावाक अनुसार ਅੰਮ੍ਰਿਤ ਵੇਲੇ ਤੋਂ ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਤਿਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੀ ਬਾਣੀ ਨਾਲ ਜੋੜੀਏ। ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਕਰਕੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਗੁਰਬਾਣੀ ਦਾ ਇਹ ਖਜ਼ਾਨਾ ਬਖਸ਼ਿਆ ਹੈ। ਧੰਨ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਨੇ अपनी बाणी विच फरमाया है पिउ दाते का खोल टिठा खजाना ता मेरे मन भया निदाना। गुरु महाराज श्री गुरु रामदास जी गुरु अमरदास जी गुरु अंगद देव जी गुरु नानक देव जी की बाणी का खजाना जदों श्री गुरु अर्जन देव साहब जी नूं प्राप्त होया पोथियां बड़े अदब सत्कार नाल गोविंदवाल साहब तो महाराज आप नंगे पैरी जाके पालकी च रखवा के लियाए और जदों पहली बार पोथियां दा प्रकाश करके दर्शन किया तो उस वेले ये बचन कहे सन रतन लाल जागा कछू ना मोल। ऐसे रतन लभ गए ने ऐसा एक खजाना मिल गया है जिहदा दुनिया विच संसार विच कोई मुल नहीं तार सकता। दुनिया के हर हीरे का मुल है हर पुखराज का नीलम का पन्ने का सब्जे का मुल है पर गुरु की बाणी का ऐसा हीरा ऐसो हीरा हर को नाम हरि दे नाम रूपी ये हीरा ऐसा है जिहदा कोई मुल नहीं जिहदी कोई कीमत नहीं तार सकता। औरंगजेब नूं पता लगा सी कि दखण दे निजाम हैदराबाद गोलकुंडे दे किले विच जो रहिंदा है उहदे कोल बहुत वड्डा एक कीमती हीरा दुर्लभ हीरा है उहदा कहंदे कोई मुल नहीं पा सकदा। औरंगजेब कहण लगा मुल तां पवाउणा भावें जो मर्जी हो जावे क्योंकि औरंगजेब जिद्दी किस्म का आदमी सी
ਉਸਨੇ ਆਪਣੇ ਇੱਕ ਸਭ ਤੋਂ ਵੱਡੇ ਜੋਹਰੀ ਨੂੰ ਤਿਆਰ ਕੀਤਾ ਵੀ ਤੂੰ ਦੱਖਣ ਜਾ ਕੇ ਨਿਜ਼ਾਮ ਦੇ ਹੀਰੇ ਦਾ ਮੁੱਲ ਪਾਣਾ ਹੈ। ਪਰ ਦਿੱਕਤ ਇਹ ਹੈ, ਉਹ ਹੀਰਾ ਨਿਜ਼ਾਮ ਨੇ ਆਪਣੀ ਮੁੰਦਰੀ ਵਿੱਚ ਪਾਇਆ ਹੋਇਆ ਹੈ ਤੇ ਕਿਸੇ ਨੂੰ ਉਤਾਰ ਕੇ ਦਿਖਾਏਗਾ ਨਹੀਂ। ਤੂੰ ਵਕੀਲ ਬਣ ਕੇ ਜਾਣਾ ਹੈ, ਗੱਲਾਂ ਵਕਾਲਤ ਵਾਲੀਆਂ ਕਰਨੀਆਂ ਨੇ, ਵਕੀਲਾਂ ਵਾਲੀਆਂ, ਦੂਤਾਂ ਵਾਲੀਆਂ, ਤੇ ਗੱਲਾਂ ਕਰਦੇ ਕਰਦੇ ਉਹਦੀ ਮੁੰਦਰੀ ਦੇ ਵਿੱਚ ਪਏ ਹੋਏ ਹੀਰੇ ਦਾ ਮੁੱਲ ਆਂਕਣਾ ਹੈ। ਕਿਉਂਕਿ ਜਿਹੜਾ ਕਿਸੇ ਹੀਰੇ ਦਾ ਮੁੱਲ ਪਾਣਾ ਹੈ ਉਹ ਬਹੁਤ ਔਖਾ ਕੰਮ ਹੈ। ਹੀਰਾ ਤਾਂ ਜੋ ਹੈ ਸੋ ਹੈ, ਪਰ ਉਹਦਾ ਮੁੱਲ ਪਾਉਣ ਵਾਲੇ ਇਨਸਾਨ ਦਾ ਅਨੁਭਵ ਕਿੰਨਾ ਹੈ, ਇਹ ਇੱਕ ਵੱਖਰੀ ਗੱਲ ਹੈ। ਜਿਵੇਂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਲਾਲ ਦਿੱਤਾ ਸੀ ਤੇ ਆਖਿਆ ਸੀ ਜਾ ਇਹਦਾ ਮੁੱਲ ਪਵਾ ਕੇ ਆ। ਪਟਨੇ ਸਾਹਿਬ ਦਾ ਉਹ ਇਲਾਕਾ ਜਿੱਥੇ ਅੱਜ ਕੱਲ੍ਹ ਤਖਤ ਸ੍ਰੀ ਪਟਨਾ ਸਾਹਿਬ ਹੈ, ਉਸ ਇਲਾਕੇ ਦਾ ਉਸ ਜ਼ਮਾਨੇ 'ਚ ਨਾਮ ਬਿਸੰਬਰਪੁਰ ਸੀ। ਜਿਵੇਂ ਵੱਡੇ ਸ਼ਹਿਰਾਂ ਵਿੱਚ ਛੋਟੇ ਇਲਾਕਿਆਂ ਦੇ ਨਾਮ ਹੁੰਦੇ ਹਨ, ਜਿਵੇਂ ਦਿੱਲੀ ਦੇ ਵਿੱਚ ਵੀ ਬਹੁਤ ਸਾਰੇ ਵੱਖਰੇ ਵੱਖਰੇ ਨਗਰ ਹਨ। ਹਰ ਸ਼ਹਿਰ ਦੇ ਵਿੱਚ ਕਲੋਨੀਆਂ, ਨਗਰ ਹੁੰਦੀਆਂ। ਪਟਨੇ ਦੇ ਵਿੱਚ ਵੀ ਇੱਕ ਬਿਸੰਬਰਪੁਰ ਸੀ, ਭਾਵੇਂ ਉਹ ਪਟਨਾ ਸਾਹਿਬ ਦਾ ਹੀ ਅੰਗ ਹੈ, ਆਪਾਂ ਸਾਰੇ ਪਟਨਾ ਸਾਹਿਬ ਹੀ ਕਹਿੰਦੇ ਹਾਂ ਅੱਜ। ਪਟਨੇ ਦਾ ਵੀ ਪੁਰਾਣਾ ਨਾਮ ਪਾਟਲੀਪੁੱਤਰ ਇਤਿਹਾਸ ਵਿੱਚ ਆਉਂਦਾ ਹੈ। ਸੋ ਕਹਿੰਦੇ ਭਾਈ ਮਰਦਾਨਾ ਬਿਸੰਬਰਪੁਰ ਦੇ ਵਿੱਚ ਲੈ ਗਿਆ। ਸਭ ਤੋਂ ਪਹਿਲਾਂ ਇੱਕ ਸਾਗ ਵੇਚਣ ਵਾਲੀ, ਜਿਹੜੀ ਧਨੀਆ, ਸਾਗ, ਮਿਰਚਾਂ ਇੱਦਾਂ ਦਾ ਸਮਾਨ ਵੇਚਦੀ ਸੀ, ਕਰੂੰਜੜੇ ਦੀ ਹੱਟੀ ਲਾ ਕੇ ਬੈਠੀ ਸੀ, ਉਹਨੂੰ ਦਿਖਾਇਆ। ਉਹ ਕਹਿਣ ਲੱਗੀ ਮੈਂ ਇੱਕ ਸਾਗ ਦੀ ਗੁੱਛੀ ਦੇ ਦਿਆਂਗੀ। ਫਿਰ ਅੱਗੇ ਗਿਆ, ਕੋਈ ਕਹਿੰਦਾ 1 ਰੁਪਈਆ, ਕੋਈ 2 ਰੁਪਈਏ। ਮਰਦਾਨਾ ਹੈਰਾਨ ਹੁੰਦਾ ਸੀ ਵੀ ਇਹਦਾ ਲੋਕ ਰੇਟ ਵੱਖਰਾ ਵੱਖਰਾ ਕਿਉਂ ਲਾ ਰਹੇ ਹਨ। ਫਿਰ ਉਸਨੇ ਪੁੱਛਿਆ ਵੀ ਇੱਥੇ ਸਭ ਤੋਂ ਵੱਡਾ ਜੌਹਰੀ ਹੈ ਕੋਈ? ਉਹ ਕਹਿਣ ਲੱਗੇ ਇੱਥੇ ਸਾਲਸਰਾਏ ਜੌਹਰੀ ਸਭ ਤੋਂ ਵੱਡਾ ਜੌਹਰੀ ਹੈ। ਭਾਈ ਮਰਦਾਨਾ ਸਾਲਸਰਾਏ ਦੀ ਜਦੋਂ ਹਵੇਲੀ ਪਹੁੰਚਿਆ, ਸਾਲਸਰਾਏ ਜੌਹਰੀ ਨੇ ਲਾਲ ਦੇ ਦਰਸ਼ਨ ਕੀਤੇ। 101 ਰੁਪਈਆ ਕੱਢ ਕੇ ਮੱਥਾ ਟੇਕਿਆ। ਕਹਿਣ ਲੱਗਾ ਇਹਦਾ ਮੁੱਲ ਤਾਂ ਦੁਨੀਆ ਦਾ ਕੋਈ ਜੌਹਰੀ ਨਹੀਂ ਪਾ ਸਕਦਾ। ਮੈਨੂੰ ਇਹਦੇ ਦਰਸ਼ਨ ਹੋ ਗਏ ਨੇ, ਇਸ ਕਰਕੇ ਮੈਂ 101 ਰੁਪਈਆ ਇਹਦੇ ਦਰਸ਼ਨਾਂ ਦੀ ਭੇਟਾ ਦੇ ਰਿਹਾ। ਭਾਈ ਮਰਦਾਨਾ ਜਦੋਂ ਗੁਰੂ ਸਾਹਿਬ ਕੋਲ ਆਇਆ ਸੀ ਤੇ ਮਹਾਰਾਜ ਨੇ ਆਖਿਆ ਸੀ ਵੀ ਇਹ ਮਾਇਆ ਅਸੀਂ ਰੱਖਣੀ ਨਹੀਂ, ਵਾਪਸ ਕਰਿਆ। 7 ਵਾਰੀ ਭਾਈ ਮਰਦਾਨਾ ਸਾਲਸਰਾਏ ਜੌਹਰੀ ਦੀ ਹਵੇਲੀ ਪੈਸੇ ਵਾਪਸ ਕਰਨ ਜਾਂਦਾ ਸੀ, ਉਹ ਲੈਂਦਾ ਨਹੀਂ ਸੀ। ਅਖੀਰ ਸਾਲਸਰਾਏ ਜੌਹਰੀ ਗੁਰੂ ਨਾਨਕ ਦੇਵ ਜੀ ਕੋਲ ਆਇਆ। ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਬਣਿਆ। ਫਿਰ ਮਰਦਾਨੇ ਨੇ ਗੁਰੂ ਸਾਹਿਬ ਨੂੰ ਪੁੱਛਿਆ, ਮਹਾਰਾਜ ਇਹ ਕੀ ਕੌਤਕ ਹੈ ਵੀ ਇੱਕ ਹੀਰੇ ਦਾ, ਇੱਕ ਰਤਨ ਦਾ ਮੁੱਲ ਕਿਸੇ ਨੇ ਸਾਗ ਦੀ ਗੁੱਛੀ ਪਾਇਆ, ਕਿਸੇ ਨੇ 1 ਰੁਪਈਆ, ਕਿਸੇ ਨੇ 2, ਕਿਸੇ ਨੇ 5, ਕਿਸੇ ਨੇ 10, ਕੋਈ ਲੱਖਾਂ ਤੱਕ ਬੋਲਿਆ ਹੈ, ਤੇ ਕੋਈ ਕਹਿੰਦਾ ਵੀ ਇਹਦਾ ਮੁੱਲ ਹੈ ਹੀ ਨਹੀਂ। ਇਹ ਕੀ ਕਾਰਨ ਹੈ? ਸਤਿਗੁਰੂ ਕਹਿੰਦੇ ਜਿਹੜੇ ਬੰਦੇ ਨੇ ਇਹ ਆਖਿਆ ਹੈ ਵੀ ਇਹਦਾ ਮੁੱਲ ਕੋਈ ਹੈ ਨਹੀਂ, ਉਹਨੇ ਇਹਨੂੰ ਪਛਾਣ ਲਿਆ। ਬਾਕੀਆਂ ਦੀ ਜਿੰਨੀ ਕੁ ਬੁੱਧੀ ਸੀ, ਜਿੰਨਾ ਕੁ ਉਹਨਾਂ ਦਾ ਅਨੁਭਵ ਸੀ, ਜਿੰਨੀ ਕੁ ਫੀਲਿੰਗ ਸੀ, ਉਹਨਾਂ ਨੇ ਉਹਨਾਂ ਕੁ ਉਹਨੂੰ ਮਹਿਸੂਸ ਕੀਤਾ। ਸਾਗ ਦੀ ਗੁੱਛੀ ਵਾਲੇ ਦੀ ਬਿਰਤੀ ਇੰਨੀ ਹੈ ਕਿ ਉਹ ਸਾਗ ਦੀ ਗੁੱਛੀ ਤੋਂ ਅੱਗੇ ਸੋਚ ਨਹੀਂ ਸਕਦਾ। ਉਹਨੂੰ ਲਾਲ ਦੀ ਕੀ ਕੀਮਤ ਦਾ ਪਤਾ ਹੈ। ਤੋ ਹੀਰਿਆਂ ਦੀ ਕਦਰ ਜੌਹਰੀ ਕਰਦੇ ਹਨ।
ਕਦਰ ਹੀ ਵੱਡੀ ਚੀਜ਼ ਹੈ। ਹੀਰੇ ਨਾਲੋਂ ਵੀ ਹੀਰੇ ਦਾ ਮੁੱਲ ਪਾਉਣ ਵਾਲਾ, ਉਹਨੂੰ ਆਂਕਣ ਵਾਲਾ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਸੋ ਜੌਹਰੀ ਨੂੰ ਭੇਜਿਆ ਵੀ ਤੂੰ ਵਕੀਲ ਬਣ ਕੇ ਹੈਦਰਾਬਾਦ ਦੇ ਨਿਜ਼ਾਮ ਨਾਲ ਗੱਲ ਕਰੀ, ਫਿਰ ਉਹਦਾ ਮੁੱਲ ਪਾਵੀਂ। ਜੌਹਰੀ ਪਹੁੰਚਿਆ ਹੈਦਰਾਬਾਦ ਨਿਜ਼ਾਮ ਦੇ ਕੋਲ, ਗੱਲਬਾਤ ਕਰਦਾ ਹੈ ਤੇ ਗੱਲਬਾਤ ਕਰਕੇ ਧਿਆਨ ਉਸਦਾ ਉਹਦੀ ਮੁੰਦਰੀ ਉੱਤੇ ਹੈ। 35 ਗਜ ਦੂਰ ਖੜ ਕੇ ਗੱਲ ਕੀਤੀ ਸੀ। ਉੱਪਰ ਤਖਤ ਤੇ ਨਿਜ਼ਾਮ ਬੈਠਾ, ਦਾੜੀ ਤੇ ਹੱਥ ਫੇਰਿਆ। 35 ਗਜ ਤੱਕ ਉਸ ਹੀਰੇ ਦੇ ਵਿੱਚੋਂ ਰਿਸ਼ਮਾਂ ਨਿਕਲੀਆਂ ਤੇ ਉਹਦੀ ਚਮਕ ਪਈ। ਇਤਨਾ ਜ਼ਿਆਦਾ ਕੀਮਤੀ ਹੀਰਾ ਨਿਜ਼ਾਮ ਦਾ ਉਹ ਵੇਖ ਕੇ ਜੌਹਰੀ ਨੇ ਉਹਦਾ ਮੁੱਲ ਪਾਇਆ ਸੀ। ਔਰੰਗਜ਼ੇਬ ਨੂੰ ਦੱਸਿਆ ਸੀ ਵੀ ਤੇਰੇ ਮੁਲਕ ਦੇ ਰਾਜ ਨਾਲੋਂ ਚੌਗਣਾ ਹੋਵੇ ਤਾਂ ਉਹਦਾ ਮੁੱਲ ਪੈਂਦਾ। ਫਿਰ ਨਿਜ਼ਾਮ ਦੇ ਕੋਲੋਂ ਖੋਹਣ ਵਾਸਤੇ ਉਹ ਹੀਰਾ ਔਰੰਗਜ਼ੇਬ 8 ਸਾਲ ਗੋਲਕੁੰਡੇ ਕਿਲੇ ਨੂੰ ਘੇਰਾ ਪਾ ਕੇ ਬੈਠਾ ਰਿਹਾ ਤੇ ਫਿਰ ਜੰਗ ਲੜਿਆ। ਵੱਡਾ ਇਤਿਹਾਸ ਹੈ। ਹੀਰਾ ਵੀ ਲਿਆ, ਉਹ ਇਲਾਕਾ ਵੀ ਖੋਹਿਆ, ਕਾਫੀ ਕੁਝ ਹੋਇਆ, ਪਰ ਬਾਅਦ ਵਿੱਚ ਨਿਜ਼ਾਮ ਨੇ ਫਿਰ ਉਹ ਇਲਾਕਾ ਆਜ਼ਾਦ ਕਰਾ ਲਿਆ। ਭਾਵੇਂ ਇਤਨਾ ਕੀਮਤੀ ਹੀਰਾ ਸੀ, ਉਹਦਾ ਵੀ ਮੁੱਲ ਪੈ ਗਿਆ। ਭਾਵੇਂ ਉਹ ਮੁਲਕਾਂ ਵਿੱਚ ਪਿਆ। ਗੁਰਬਾਣੀ ਇੱਕ ਐਸਾ ਹੀਰਾ ਹੈ ਜਿਹਦਾ ਮੁੱਲ ਸੰਸਾਰ ਦਾ ਕੋਈ ਜੌਹਰੀ ਨਹੀਂ ਪਾ ਸਕਦਾ। ਅਣਮੋਲ ਹੀ ਹੈ। ਪਰ ਅਣਮੋਲ ਕਹਿਣ ਵਾਲਾ ਵੀ ਕੋਈ ਜੌਹਰੀ ਹੋਵੇਗਾ। ਆਮ ਲੋਕ ਤਾਂ ਇਹ ਕਹਿੰਦੇ, ਲੋਕ ਜਾਣੈ ਇਹ ਗੀਤ ਹੈ, ਇਹ ਤਾਂ ਕਵਿਤਾ ਹੀ ਹੈ, ਇਹ ਤਾਂ ਗੀਤ ਹੀ ਹੈ, ਏਦਾਂ ਬੋਲ ਦਿੰਦੇ। ਉਹਨਾਂ ਨੂੰ ਨਹੀਂ ਪਤਾ ਵੀ ਇਹ ਧੁਰ ਕੀ ਬਾਣੀ ਹੈ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਲੋਕ ਜਾਣੈ ਇਹ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ, ਇਹ ਹੈ ਅਕਾਲ ਪੁਰਖ ਦੇ ਬ੍ਰਹਮ ਦੀ ਵਿਚਾਰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਹੀਰੇ ਦੀ ਕਦਰ ਇਉਂ ਬਾਣੀ ਚ ਕਹਿੰਦੇ ਆ ਵੀ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵਹਿ ਖਰਚੈ ਰਲ ਮਿਲ ਭਾਈ, ਟੋਟ ਨ ਆਵੇ ਵੱਧੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਸੋ ਮਹਾਰਾਜ ਦਾ ਇਹ ਖਜ਼ਾਨਾ ਸਾਨੂੰ ਪ੍ਰਾਪਤ ਹੈ। ਜਿਨ੍ਹਾਂ ਦੇ ਕਰਮ ਚੰਗੇ ਆ ਉਹ ਗੁਰਬਾਣੀ ਦੇ ਇਸ ਖਜ਼ਾਨੇ ਨਾਲ ਜੁੜਦੇ। ਸਤਿਪੁਰਸ਼ਾਂ ਦੀ ਸੰਗਤ ਔਰ ਗੁਰਬਾਣੀ ਦਾ ਅਭਿਆਸ, ਇਹੀ ਭਵ ਸਾਗਰ ਤੋਂ ਪਾਰ ਤਰਨ ਦਾ ਤਰੀਕਾ ਹੈ। ਆਓ ਗੁਰੂ ਮਹਾਰਾਜ ਦੇ ਪਾਵਨ ਬਚਨ ਸੁਣੀਏ। ਸਤਿਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਵਡੰਸ ਰਾਗ ਵਿੱਚ ਉਚਾਰਨ ਕਰਦੇ ਹਨ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਗੁਰਮੁਖ ਸਭ ਵਪਾਰ ਭਲਾ, ਜੇ ਸਹਿਜੇ ਕੀਜੈ ਰਾਮ। ਗੁਰਮੁਖਾਂ ਦਾ ਸਾਰਾ ਹੀ ਵਪਾਰ, ਲੈਣ ਦੇਣ, ਵਰਤੋਂ ਵਿਹਾਰ ਭਲਾ ਹੈ ਜੇ ਉਹ ਸਹਿਜ ਅਵਸਥਾ ਵਿੱਚ ਟਿਕੇ ਹੋਏ। ਸੰਸਾਰ ਦੀ ਸਾਰੀ ਕਿਰਿਆ ਨੂੰ ਇੱਕ ਸੁਪਨੇ ਦੀ ਨਿਆਈ ਸਮਝ ਕੇ ਕਰਦੇ ਹਨ। ਉਹ ਕਰਮ ਕਰਤ ਹੋਵੇ ਨੇ ਕਰਮ, ਇਸ ਵੈਸਨੋ ਕਾ ਨਿਰਮਲ ਧਰਮ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਸੰਸਾਰੀ ਲੋਕ ਕਰਮ ਕਰਦੇ ਨੇ ਤੇ ਉਹਦਾ ਬੰਧਨ ਪੈਂਦਾ ਹੈ। ਅਸੀਂ ਜਦੋਂ ਕੰਮ ਕਰਦੇ ਹਾਂ ਤਾਂ ਉਹਦਾ ਬੰਧਨ ਪੈਂਦਾ ਹੈ। ਕਰਮ ਕਰੇ ਤਾਂ ਬੰਧਾ, ਜੇ ਕੰਮ ਕਰਾਂਗੇ ਤੇ ਉਹਦਾ ਬੰਧਨ ਪੈਣਾ ਹੀ ਹੈ। ਦੁਕਾਨ ਕੀਤੀ ਹੈ ਤਾਂ ਦੁਕਾਨ ਖੋਲਣੀ ਹੈ, ਦੁਕਾਨ 'ਚ ਸਮਾਨ ਵੀ ਪਾਉਣਾ ਹੈ, ਸਮਾਨ ਦੇ ਰੇਟ ਵੀ ਤੈਅ ਕਰਨੇ ਨੇ, ਗਾਹਕਾਂ ਨੂੰ ਵੀ ਖੁਸ਼ ਰੱਖਣਾ ਹੈ।
ਔਰ ਟਾਈਮ ਨਾਲ ਦੁਕਾਨ ਖੋਲ੍ਹਣੀ ਹੈ, ਵਧਾਉਣੀ ਹੈ, ਇਹ ਸਾਰਾ ਇੱਕ ਬੰਧਨ ਹੈ। ਜੇ ਦੁਕਾਨਦਾਰ ਬੰਦਾ ਕਵੇ ਵੀ ਦੁਕਾਨ ਖੋਲ੍ਹ ਕੇ ਤੇ ਮੈਂ ਆਪਣੇ ਰਿਸ਼ਤੇਦਾਰਾਂ 'ਚ ਘੁੰਮਦਾ ਫਿਰਾਂ, ਵਿਆਹਾਂ ਸ਼ਾਦੀਆਂ 'ਤੇ ਜਾਂਦਾ ਰਵਾਂ, ਤੇ ਦੁਕਾਨ ਬੰਦ ਰਵੇ, ਤੇ ਦੁਕਾਨ ਫਿਰ ਚੱਲੇਗੀ ਨਹੀਂ। ਵਪਾਰ ਕੋਈ ਵੀ ਹੈ, ਬਿਜ਼ਨਸ ਕੋਈ ਵੀ ਹੈ, ਉਹ ਪੂਰੇ ਤਰੀਕੇ ਨਾਲ, ਪ੍ਰੋਪਰ ਤਰੀਕੇ ਨਾਲ ਕਰਨਾ ਪੈਂਦਾ, ਤਾਂ ਜਾ ਕੇ ਵਪਾਰ ਬਿਜ਼ਨਸ ਦੇ ਵਿੱਚੋਂ ਸਾਨੂੰ ਪ੍ਰੋਫਿਟ ਮਿਲਦਾ ਹੈ। ਸੋ ਪੂਰਾ ਧਿਆਨ ਦਿੰਦੇ ਆ ਜਦੋਂ ਅਸੀਂ, ਤਾਂ ਸਾਨੂੰ ਉਹਦਾ ਬੰਧਨ ਪੈਂਦਾ ਹੈ, ਉਹਦੀ ਪ੍ਰੋਬਲਮ ਵੀ ਹੈ। ਸੌਖਾ ਨਹੀਂ ਹੈ ਵਪਾਰ ਕਰਨਾ। ਜਦੋਂ ਬੰਧਨ ਪੈ ਗਿਆ ਫਿਰ ਅਗਲਾ ਜਨਮ ਹੁੰਦਾ ਹੈ, ਕਿਉਂਕਿ ਸਾਡੀ ਸੁਰਤ ਜਦੋਂ ਬੱਝ ਗਈ, ਜਿਨ੍ਹਾਂ ਚੀਜ਼ਾਂ 'ਚ ਸਾਡੀ ਸੁਰਤ ਬੱਝ ਗਈ, ਅਗਲੇ ਜਨਮ ਦੇ ਵਿੱਚ ਵੀ ਸਾਨੂੰ ਉਹਨਾਂ ਚੀਜ਼ਾਂ ਵਿੱਚ ਹੀ ਆਉਣਾ ਪੈਣਾ, ਕਿਉਂਕਿ ਵਾਸ਼ਨਾ ਹੀ ਆਤਮਾ ਨੂੰ ਲਈ ਫਿਰਦੀ ਹੈ। ਜਿਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ, ਵਾਸ਼ਨਾ ਬੱਧਾ ਆਵੇ ਜਾਵੇ। ਜਿੱਥੇ ਸਾਡੀ ਵਾਸ਼ਨਾ ਜਾਂਦੀ ਅਸੀਂ ਉੱਥੇ ਜਾਂਦੇ ਹਾਂ। ਤਾਂ ਬੰਧਨ ਪੈ ਗਿਆ। ਮਹਾਰਾਜ ਕਹਿੰਦੇ ਕਰਮ ਕਰਤ ਹੋਵੇ ਨੇ ਕਰਮ। ਜੇ ਬੰਧਨ ਤੋਂ ਮੁਕਤ ਹੋਣਾ ਹੈ ਤਾਂ ਉਹਦਾ ਇੱਕੋ ਹੀ ਤਰੀਕਾ ਹੈ ਵੀ ਕੰਮ ਤਾਂ ਕਰ ਰਹੇ ਹਾਂ, ਪਰ ਉਹਦੇ ਫਲ ਦੀ ਇੱਛਾ ਤਿਆਗ ਦੀ ਹੈ। ਇੱਛਾ ਵਾਸ਼ਨਾ ਜਿਹੜੀ ਹੈ ਉਹ ਬੰਧਨ ਦਾ ਮੂਲ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਕੇਵਲ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਰਚ ਜਾਵੇ, ਆਪਣਾ ਕੰਮਕਾਰ ਕਰੀ ਜਾਵੇ। ਮਹਾਰਾਜ ਇਹ ਨਹੀਂ ਕਹਿੰਦੇ ਵੀ ਤੂੰ ਦੁਕਾਨ ਨਾ ਕਰ, ਖੇਤੀ ਨਾ ਕਰ, ਵਪਾਰ ਨਾ ਕਰ, ਬਲਕਿ ਗੁਰੂ ਨਾਨਕ ਦੇਵ ਜੀ ਨੇ ਆਪ ਵੀ ਮੋਦੀ ਖਾਨਾ ਵੀ ਚਲਾਇਆ ਹੈ, ਖੇਤੀ ਵੀ ਕੀਤੀ ਹੈ, ਮੱਝਾਂ ਵੀ ਚਾਰੀਆਂ ਹਨ, ਸਾਰਾ ਕੁਝ ਵਪਾਰ ਬਿਜ਼ਨਸ ਸਾਰਾ ਕੁਝ ਕਰਕੇ ਤੇ ਮਨ ਨੂੰ ਨਿਰਲੇਪ ਰੱਖਿਆ ਹੈ, ਸੰਸਾਰ ਦੇ ਵਿੱਚ ਲਿਪਾਏਮਾਨ ਨਹੀਂ ਹੋਏ। ਮਹਾਰਾਜ ਕਹਿੰਦੇ ਗੁਰਮੁਖ ਸਭ ਵਪਾਰ ਭਲਾ। ਗੁਰਮੁਖਾਂ ਦਾ ਸਾਰਾ ਹੀ ਵਪਾਰ ਭਲਾ ਹੈ। ਜੇ ਸਹਿਜੇ ਕੀਚੈ ਰਾਮ, ਸਹਿਜ ਅਵਸਥਾ ਵਿੱਚ ਸੁਤੇ ਸਿੱਧ ਹੋ ਰਿਹਾ। ਅਨਦਿਨ ਨਾਮ ਵਖਾਣੀਐ, ਲਾਹਾ ਹਰ ਰਸ ਪੀਜੈ ਰਾਮ। ਦਿਨ ਰਾਤ ਵਾਹਿਗੁਰੂ 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 ਜਪੀਏ। ਇਹ ਰਸਨਾ ਜਿਹੜੀ ਮਿਲੀ ਹੈ ਵਾਹਿਗੁਰੂ ਵਾਹਿਗੁਰੂ ਜਪਣ ਵਾਸਤੇ ਮਿਲੀ ਹੈ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਜਿਹੜੀ ਰਸਨਾ ਨਾਮ ਨਹੀਂ ਜਪਦੀ ਉਹ ਨਿੱਕੀ ਨਿੱਕੀ ਕਰਕੇ ਕੱਟ ਦੇਣੀ ਚਾਹੀਦੀ ਹੈ। ਉਹ ਰਸਨਾ ਕਿਸੇ ਕੰਮ ਦੀ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਅਨਦਿਨ ਨਾਮ ਵਖਾਣੀਐ, ਦਿਨ ਰਾਤ ਵਾਹਿਗੁਰੂ ਵਾਹਿਗੁਰੂ ਜਪੀਏ। ਲਾਹਾ ਹਰ ਰਸ ਪੀਜੈ ਰਾਮ, ਵਾਹਿਗੁਰੂ ਦੇ ਨਾਮ ਦਾ ਰਸ ਪੀਵੀਏ। ਜਿਹੜੇ ਸੰਸਾਰੀ ਰਸ ਹਨ ਉਹ ਕੱਲ੍ਹ ਨੂੰ ਫਿੱਕੇ ਹੋ ਜਾਣਗੇ। ਇਹ ਨਾਮ ਰਸ ਜਨਮਾਂ ਜਨਮਾਂਤਰਾਂ 'ਚ ਵੀ ਮਿੱਠਾ ਹੀ ਰਹੇਗਾ। ਲਾਹਾ ਹਰ ਰਸ ਲੀਜੈ, ਹਰ ਰਾਹ ਵੀਜੈ, ਅਣਦਿਨ ਨਾਮ ਵਖਾਣੈ। ਵਾਹਿਗੁਰੂ ਦੇ ਨਾਮ ਰਸ ਦਾ ਲਾਹਾ ਲਈਏ, ਦਿਨ ਰਾਤ ਵਾਹਿਗੁਰੂ ਵਾਹਿਗੁਰੂ ਜਪੀਏ, ਅਣਦਿਨ ਨਾਮ ਵਖਾਣੈ। ਕਹਿੰਦੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਕੇ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਜਾਂਦਾ ਹੈ, ਹੋਰ ਕੋਈ ਤਰੀਕਾ ਨਹੀਂ। ਕਈ ਲੋਕ ਪੁੱਛਦੇ ਆ ਰੱਬ ਕਿਵੇਂ ਮਿਲੇਗਾ, ਪੁੱਛੀ ਜਾਂਦੇ ਆ, ਪਰ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨਾ, ਪੂਛਤ ਪਥਿਕ ਤੇ ਮਾਰਗ ਨ ਧਾਰੇ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਰਸਤਾ ਪੁੱਛੀ ਜਾਵੇ ਕੋਈ ਬੰਦਾ ਖੜ ਕੇ ਕਿ ਅੰਮ੍ਰਿਤਸਰ ਨੂੰ ਕਿਹੜਾ ਰਸਤਾ ਜਾਂਦਾ, ਹਜ਼ੂਰ ਸਾਹਿਬ ਨੂੰ ਕਿਹੜਾ ਰਸਤਾ ਜਾਂਦਾ, ਪਟਨਾ ਸਾਹਿਬ ਨੂੰ ਕਿਹੜਾ ਰਸਤਾ ਜਾਂਦਾ, ਅਨੰਦਪੁਰ ਸਾਹਿਬ ਨੂੰ ਕਿਹੜਾ ਰਸਤਾ ਜਾਂਦਾ, ਪੁੱਛੀ ਜਾਵੇ, ਪਰ ਕਦੀ ਸੜਕ ਤੇ ਤੁਰੇ ਨਾ, ਪੈਰ ਉੱਧਰ ਪੁੱਟੇ ਨਾ, ਕਦੀ ਉਹ ਅੰਮ੍ਰਿਤਸਰ ਪਹੁੰਚ ਹੀ ਨਹੀਂ ਸਕਦਾ, ਕਦੀ ਹਜ਼ੂਰ ਸਾਹਿਬ ਪਹੁੰਚ ਹੀ ਨਹੀਂ ਸਕਦਾ।
ਜਦੋਂ ਕਦਮ ਪੁੱਟਾਂਗੇ ਤੁਰਾਂਗੇ ਤਾਂ ਹੀ ਗੱਲ ਬਣੇਗੀ। ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਪ੍ਰੀਤਮ ਪਿਆਰੇ ਵਾਹਿਗੁਰੂ ਦੇ ਦੇਸ਼ ਗੱਲਾਂ ਬਾਤਾਂ ਨਾਲ ਨਹੀਂ ਜਾਇਆ ਜਾਣਾ, ਤੁਰਨਾ ਪੈਣਾ। ਤੇ ਤੁਰਨਾ ਕੀ ਹੈ? ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਅੰਨ ਦੇ ਨਾਮ ਵਖਾਣਾ, ਦਿਨ ਰਾਤ ਨਾਮ ਜਪੇ। ਗੁਣ ਸੰਗ੍ਰਹਿ ਅਵਗਣ ਵਿਕਣੈ, ਆਪੇ ਆਪ ਪਛਾਣੈ। ਗੁਣਾਂ ਨੂੰ ਇਕੱਠਾ ਕਰੇ, ਔਗੁਣਾਂ ਨੂੰ ਤਿਆਗੇ। ਲੋਕ ਔਗੁਣਾ ਕੀ ਬੰਨ੍ਹੈ ਗੰਠੜੀ, ਗੁਣ ਨਾ ਵਿਹਾਜੈ ਕੋਈ। ਅਸੀਂ ਔਗਣ ਇਕੱਠੇ ਕਰਦੇ ਹਾਂ, ਗੁਣਾਂ ਨੂੰ ਤਿਆਗਦੇ ਹਾਂ। ਕਿਸੇ ਬੰਦੇ ਵਿੱਚ ਸਾਨੂੰ ਕੋਈ ਗੁਣ ਨਜ਼ਰ ਆਉਂਦਾ, ਅਸੀਂ ਉਹਦੇ ਵੱਲ ਮਾੜੀ ਨਿਗਾਹ ਨਾਲ ਦੇਖਦੇ ਹਾਂ ਵੀ ਇਹ ਗੁਣ ਕਿਉਂ ਲਈ ਫਿਰਦਾ ਹੈ। ਪਰ ਜੇ ਕਿਸੇ 'ਚ ਔਗਣ ਦਿਸਦਾ, ਅਸੀਂ ਖੁਸ਼ ਹੁੰਦੇ ਹਾਂ, ਉਹਦੀ ਨਿੰਦਾ ਕਰ ਸਕਦੇ ਹਾਂ। ਗੁਣ ਦੀ ਨਿੰਦਾ ਨਹੀਂ ਨਾ ਹੋ ਸਕਦੀ, ਔਗਣ ਦੀ ਨਿੰਦਾ ਹੁੰਦੀ ਹੈ। ਪਰ ਗੁਰੂ ਮਹਾਰਾਜ ਕਹਿੰਦੇ ਆਪਾਂ ਗੁਣ ਲੈਣੇ, ਔਗਣ ਛੱਡਣੇ। ਗੁਣ ਸੰਗ੍ਰਹਿ ਔਗਣ ਵਿਕਣਾ। ਦੂਜਿਆਂ 'ਚ ਗੁਣ ਹਨ, ਉਹ ਵੇਖ ਕੇ ਖੁਸ਼ ਹੋਵੋ, ਉਹਨਾਂ ਗੁਣਾਂ ਨੂੰ ਧਾਰਨ ਕਰਨ ਦੀ ਕੋਸ਼ਿਸ਼ ਕਰੋ। ਜੇ ਦੂਜਿਆਂ 'ਚ ਔਗਣ ਹਨ, ਉਹਨਾਂ ਨੂੰ ਤਿਆਗੋ, ਔਗਣਾਂ ਦੀ ਨਿੰਦਾ ਨਾ ਕਰੋ। ਔਗਣ ਕਰਨ ਵਾਲੇ ਨੂੰ ਅਸੀਂ ਨਿੰਦਦੇ ਹਾਂ, ਫਲਾਣੇ ਜਾ ਔਗਣ ਹੈ, ਫਲਾਣੇ ਜਾ ਔਗਣ ਹੈ। ਉਹ ਦੇਖੋ ਹੀ ਨਾ, ਜਿਹੜਾ ਗੁਣ ਹੈ ਉਹ ਦੇਖੋ। ਮਹਾਰਾਜ ਕਹਿੰਦੇ ਸਾਂਝ ਕਰੀ ਜੈ ਗੁਣਾ ਕੇਰੀ, ਛੋੜ ਔਗਣ ਚੱਲੀ ਹੈ। ਆਪੇ ਆਪ ਪਛਾਣ ਹੈ। ਆਪਣੇ ਆਪ ਨੂੰ ਪਛਾਣ ਸਕਦਾ ਬੰਦਾ ਇਸ ਤਰ੍ਹਾਂ ਕਰਕੇ। ਜਿੰਨਾ ਚਿਰ ਆਪਣੇ ਆਪ ਨੂੰ ਨਹੀਂ ਪਛਾਣਦਾ, ਉਹਨਾਂ ਚਿਰ ਜਨਮ ਮਰਨ ਦੇ ਚੱਕਰ 'ਚ ਏਦਾਂ ਹੀ ਗੋਤੇ ਖਾਈ ਜਾਏਗਾ, ਏਦਾਂ ਹੀ ਦੁਖੀ ਸੁਖੀ ਹੁੰਦਾ ਰਹੇਗਾ, ਏਦਾਂ ਹੀ ਪਰੇਸ਼ਾਨ ਹੈਰਾਨ ਹੋਵੇਗਾ। ਜਿਸ ਦਿਨ ਆਪਣੀ ਜੋਤ ਨੂੰ ਪਛਾਣੇਗਾ, ਉਦੋਂ ਇਹ ਭਵ ਸਾਗਰ ਤੋਂ ਪਾਰ ਲੰਘ ਜਾਏਗਾ। ਗੁਰਮਤਿ ਪਾਈ ਵੱਡੀ ਵਡਿਆਈ, ਸੱਚਾ ਸ਼ਬਦ ਰਸ ਪੀਜੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਪਾ ਲਈ ਹੈ ਨਾ, ਗੁਰੂ ਕੀ ਮੱਤ ਤੋਂ ਲੇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ ਹੈ, ਉਹਨਾਂ ਦੀ ਵੱਡੀ ਵਡਿਆਈ ਹੈ। ਕਿਉਂਕਿ ਗੁਰੂ ਦੀ ਮੱਤ ਦੀ ਵੀ ਵਡਿਆਈ ਵੱਡੀ ਹੈ ਨਾ। ਸੰਸਾਰ ਦੀਆਂ ਜਿੰਨੀਆਂ ਵੀ ਮੱਤਾਂ ਹਨ, ਛੋਟੀਆਂ ਹਨ, ਸੀਮਤ ਹਨ। ਗੁਰੂ ਦੀ ਮੱਤ ਅਸੀਮ ਹੈ। ਉਹ ਬ੍ਰਹਮ ਦੇ ਨਾਲ, ਵਿਰਾਟ ਸਰੂਪ ਦੇ ਨਾਲ ਇੱਕਮਿਕ ਕਰਾ ਸਕਦਾ ਹੈ। ਜਿੰਨਾ ਕਰੋੜਾਂ ਬ੍ਰਹਮੰਡਾਂ ਦਾ ਪਸਾਰਾ ਹੈ, ਉਹ ਸਾਰਾ ਸਾਡੇ ਅੰਦਰ ਦਿਖਾ ਦਿੰਦਾ। ਇਹ ਨਾ ਸਾਇੰਸ ਵਾਲੇ ਇੱਦਾਂ ਕਰ ਸਕਦੇ ਹਨ, ਤੇ ਨਾ ਇਹ ਕੰਮ ਕੋਈ ਹੋਰ ਦੁਨੀਆ ਦੀ ਤਾਕਤ ਕਰ ਸਕਦੀ ਹੈ। ਬਾਹਰਲੇ ਪਸਾਰੇ ਨੂੰ ਸਾਡੇ ਅੰਦਰ ਲਿਆ ਕੇ ਵਿਖਾਣਾ ਇਹ ਗੁਰੂ ਦਾ ਕੰਮ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਕੈਸੇ ਕਮਾਲ ਦੇ ਬਚਨ ਗੁਰੂ ਮਹਾਰਾਜ ਨੇ ਲਿਖੇ ਨੇ। ਜੋ ਬ੍ਰਹਮੰਡੇ ਸੋਈ ਪਿੰਡੇ, ਭਗਤ ਪੀਪਾ ਜੀ ਦੀ ਬਾਣੀ ਹੈ। ਬਈ ਜੋ ਬ੍ਰਹਮੰਡ 'ਚ ਬਾਹਰ ਹੈ, ਉਹ ਬਾਹਰ ਨਹੀਂ, ਉਹ ਅੰਦਰ, ਸਾਡੇ ਅੰਦਰ, ਸਾਡੀ ਸੁਰਤ ਦੇ ਵਿੱਚ ਹੈ। ਇਹ ਗੱਲ ਗੁਰੂ ਤੋਂ ਬਿਨਾਂ ਹੋਰ ਕੋਈ ਦੱਸ ਨਹੀਂ ਸਕਦਾ। ਗੁਰਮਤਿ ਪਾਈ ਵੱਡੀ ਵਡਿਆਈ, ਸੱਚਾ ਸ਼ਬਦ ਰਸ ਪੀਜੈ। ਸੱਚੇ ਸ਼ਬਦ ਦੁਆਰਾ ਵਾਹਿਗੁਰੂ 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 ਜਪ ਕੇ ਰਸ ਪੀਜੈ। ਇਹ ਰਸ ਪੀਣਾ ਕਰੀਏ। ਨਾਨਕ ਹਰਿ ਕੀ ਭਗਤ ਨਿਰਾਲੀ, ਗੁਰਮੁਖ ਵਿਰਲੈ ਕੀਜੈ। ਸਤਿਗੁਰੂ ਤੀਸਰੇ ਪਾਤਸ਼ਾਹ ਜੀ ਕਹਿੰਦੇ ਹਰੀ ਦੀ ਭਗਤ ਨਿਰਾਲੀ ਹੈ। ਵਿਰਲੇ ਗੁਰਮੁਖ ਇਹ ਭਗਤੀ ਕਰਦੇ ਹਨ। ਗੁਰਮੁਖ ਖੇਤੀ ਹਰ ਅੰਤਰ ਬੀਜੀਐ, ਹਰ ਲੀਜੈ ਸਰੀਰ ਜਮਾਏ ਰਾਮ। ਫਿਰ ਜਿੱਥੇ ਵਪਾਰ ਹੈ, ਉੱਥੇ ਮਹਾਰਾਜ ਖੇਤੀ ਦੀ ਵੀ ਗੱਲ ਕਰਦੇ ਹਨ। ਕਹਿੰਦੇ ਗੁਰਮੁਖਾਂ ਦੀ ਵੀ ਖੇਤੀ ਹੈ, ਨਾਮ ਦੀ ਖੇਤੀ ਹੈ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਗੁਰਮੁਖ ਕੈਸੀ ਖੇਤੀ ਬੀਜਦੇ ਹਨ? ਕਹਿੰਦੇ ਆਪਣੇ ਅੰਦਰ ਹੀ ਬੀਜ ਪਾਉਂਦੇ ਹਨ।
ਇਸੇ ਸਰੀਰ ਦੇ ਅੰਦਰ, ਇਸੇ ਅੰਤःਕਰਨ ਦੇ ਅੰਦਰ, ਇਸ ਮਨ ਦੇ ਵਿੱਚ ਬੀਜਣਾ ਹੈ ਵਾਹਿਗੁਰੂ 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 ਵਾਹਿਗੁਰੂ। ਹਰ ਲੀਜੈ ਸਰੀਰ ਜਮਾਏ RAM। ਇਸ ਸਰੀਰ ਦੇ ਵਿੱਚ ਹੀ, ਭਾਵ ਮਨੁੱਖਾ ਜਨਮ ਦੇ ਵਿੱਚ ਹੀ, ਪ੍ਰਮਾਤਮਾ ਦੀ ਫਸਲ ਬੀਜ ਲਈ, ਵਾਹਿਗੁਰੂ ਦਾ ਬੂਟਾ ਲਾ ਲਿਆ। ਜਿਵੇਂ ਆਪਣੇ ਖੇਤਾਂ ਵਿੱਚ ਕਦੀ ਕਣਕ ਬੀਜ ਲਈ, ਕਦੀ ਝੋਨਾ ਬੀਜ ਲਿਆ, ਕਦੀ ਚਰੀ ਬੀਜ ਲਈ, ਕਦੀ ਬਰਸੀਨ ਬੀਜ ਲਈ, ਕਦੀ ਮੱਕਾ ਬੀਜ ਲਿਆ, ਕਦੀ ਬਾਜਰਾ ਬੀਜ ਲਿਆ। ਕਈ ਤਰ੍ਹਾਂ ਦੀਆਂ ਫਸਲਾਂ ਅਸੀਂ ਆਪਣੇ ਖੇਤਾਂ 'ਚ ਬੀਜ ਲੈਂਦੇ ਹਾਂ। ਮਹਾਰਾਜ ਕਹਿੰਦੇ ਆਪਣੀ ਆਤਮਾ ਦੇ ਵਿੱਚ, ਆਪਣੇ ਮਨ ਦੇ ਵਿੱਚ, ਆਪਣੇ ਤਨ ਦੇ ਵਿੱਚ ਵਾਹਿਗੁਰੂ ਪਰਮਾਤਮਾ ਨੂੰ ਪੈਦਾ ਕਰ ਲਓ। ਹਰ ਲੀਜੈ ਸਰੀਰ ਜਮਾਏ RAM। ਆਪਣੇ ਘਰ ਅੰਦਰ ਰਸ ਪੁੰਚ ਤੂੰ, ਲਾਹਾ ਲੈ ਪਰਥਾਏ RAM। ਆਪਣੇ ਹਿਰਦੇ ਰੂਪੀ ਘਰ ਦੇ ਵਿੱਚ, ਹੇ ਭਾਈ, ਜਿਵੇਂ ਕੋਈ ਬੰਦਾ, ਉੱਤਮ ਖੇਤੀ ਕਿਉਂ ਆਖੀ ਗਈ ਸਾਧ ਸੰਗਤ ਜੀ? ਆ ਜਿਹੜੇ ਸਾਡੇ ਰੌਲੇ ਅੱਜ ਪੈ ਰਹੇ ਨੇ ਪੰਜਾਬ ਹਿੰਦੁਸਤਾਨ ਦੇ ਵਿੱਚ, ਇਹ ਉਹ ਜਿਹੜੇ ਲੋਕ ਡਾਕੂ ਕਿਸਮ ਦੇ ਲੋਕ ਹਨ, ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਹ ਖੇਤੀ ਨੂੰ ਖਤਮ ਕਰਨਾ ਚਾਹੁੰਦੇ ਹਨ। ਪਰ ਉੱਤਮ ਖੇਤੀ ਹੈ, ਸੁਤੰਤਰ ਹੈ, ਆਜ਼ਾਦ ਹੈ। ਆਪਣੇ ਖੇਤ ਵਿੱਚ ਕਣਕ ਪੈਦਾ ਕਰ ਲਓ, ਝੋਨਾ ਪੈਦਾ ਕਰ ਲਓ ਤੇ ਖਾਈ ਜਾਓ। ਕਿਸੇ ਦੀ ਗੁਲਾਮੀ ਦਾ ਨਹੀਂ। ਅਜੇ ਵਪਾਰ ਵਾਲੇ ਨੂੰ, ਵਪਾਰੀ ਬਿਜ਼ਨਸਮੈਨ ਬੰਦੇ ਨੂੰ, ਭਾਵੇਂ ਉਹ ਜਿੱਡਾ ਮਰਜ਼ੀ ਸੋਨਾ ਚਾਂਦੀ ਚੁੱਕੀ ਫਿਰੇ, ਹੀਰਿਆਂ ਦਾ ਵਪਾਰੀ ਬਣਿਆ ਫਿਰੇ, ਖਾਣ ਨੂੰ ਤਾਂ ਕਿਸਾਨ ਦੇ ਅੱਗੇ ਹੱਥ ਅੱਡਣਾ ਪਏਗਾ ਨਾ। ਪਰ ਕਿਸਾਨ ਜੇ ਆਪਣੀਆਂ ਲੋੜਾਂ ਘਟਾ ਦੇਵੇ, ਇਹ ਗੱਲ ਵੱਖਰੀ ਹੈ। ਅਸੀਂ ਥੋੜ੍ਹੇ ਅੱਜ ਕੱਲ੍ਹ ਸਹੂਲਤਾਂ 'ਚ ਪੈ ਗਏ ਹਾਂ ਵੀ ਸਾਡੇ ਕੋਲ ਗੱਡੀਆਂ ਕਾਰਾਂ ਹੋਣ, ਮਹਿੰਗੀਆਂ ਹੋਣ, ਮਹਿੰਗੇ ਫੋਨ ਹੋਣ, ਕੱਪੜਾ ਮਹਿੰਗਾ ਪਾਈਏ, ਸੋਨਾ ਚਾਂਦੀ, ਵਿਆਹਾਂ ਸ਼ਾਦੀਆਂ ਤੇ ਜ਼ਿਆਦਾ ਖਰਚਾ ਕਰੀਏ, ਭੰਗੜੇ ਪਾਈਏ, ਹੋਟਲਾਂ ਪੈਲਸਾਂ ਵਿੱਚ ਖਰਚਾ ਕਰੀਏ, ਤੇ ਜ਼ਿੰਦਗੀ ਸਾਡੀ ਮਾਡਰਨ ਹੋ ਗਈ ਹੈ। ਉਹਦੇ ਕਰਕੇ ਸਾਨੂੰ ਦੂਜਿਆਂ ਤੇ ਨਿਰਭਰ ਹੋਣਾ ਪੈ ਰਿਹਾ। ਪਿਛਲੇ ਕੁਝ 10 ਕੁ ਸਾਲਾਂ ਤੋਂ ਸਾਰੀ ਦੁਨੀਆ ਨੂੰ ਮੋਬਾਈਲ ਨੇ ਗੁਲਾਮ ਬਣਾਇਆ ਹੋਇਆ ਹੈ ਤੇ ਹਰ ਬੰਦਾ ਸਮਾਰਟਫੋਨ ਚਾਹੁੰਦਾ, ਕਿਉਂਕਿ ਸਾਰਾ ਦਿਨ ਬਹਿ ਕੇ ਗੇਮਾਂ ਖੇਡਾਂਗੇ, ਵੇਖਾਂਗੇ, ਫੇਸਬੁੱਕ, ਇੰਟਰਨੈਟ ਤੇ। ਪਰ ਇਸ ਤੋਂ ਬਿਨਾਂ ਸਰ ਸਕਦਾ ਹੈ। ਰੋਟੀ ਤੋਂ ਬਿਨਾਂ ਨਹੀਂ ਸਰ ਸਕਦਾ, ਮਹਿੰਗੇ ਕੱਪੜੇ ਤੋਂ ਬਿਨਾਂ ਸਰ ਸਕਦਾ ਹੈ, ਰੋਟੀ ਤੋਂ ਬਿਨਾਂ ਨਹੀਂ ਸਰ ਸਕਦਾ, ਮਹਿੰਗੀ ਕਾਰ ਤੋਂ ਬਿਨਾਂ ਸਰ ਸਕਦਾ ਹੈ, ਗਹਿਣਿਆਂ ਤੋਂ ਬਿਨਾਂ ਸਰ ਸਕਦਾ ਹੈ, ਪੈਲਸਾਂ 'ਚ ਵਿਆਹ ਕਰਨ ਤੋਂ ਸਰ ਸਕਦਾ ਹੈ, ਪਰ ਪ੍ਰਸ਼ਾਦੇ ਬਿਨਾਂ ਨਹੀਂ ਸਰ ਸਕਦਾ। ਇਸ ਕਰਕੇ ਕਹਿੰਦੇ ਉੱਤਮ ਖੇਤੀ, ਕਿਸਾਨ ਸਭ ਤੋਂ ਜ਼ਿਆਦਾ ਆਜ਼ਾਦ ਹੈ, ਕਿਉਂਕਿ ਉਹ ਆਪਣੀ ਖੇਤੀ ਕਰੇ ਤੇ ਆਪਣੇ 2 ਪ੍ਰਸ਼ਾਦੇ ਬਣਾ ਕੇ ਖਾ ਲਵੇ, ਦੂਜਿਆਂ ਨੂੰ ਵੀ ਖਵਾ ਸਕਦਾ ਹੈ। ਜਦੋਂ ਅਸੀਂ ਖੁਦ ਗੁਲਾਮ ਬਣ ਗਏ ਮੋਬਾਇਲਾਂ ਦੇ, ਗੱਡੀਆਂ ਦੇ, ਮਹਿੰਗੇ ਸਮਾਨ ਦੇ, ਮਹਿੰਗਾ ਕੱਪੜਾ, ਵਿਆਹਾਂ ਸ਼ਾਦੀਆਂ ਤੇ ਬੇਲੋੜਾ ਖਰਚਾ, ਫਿਰ ਉਹ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਦੇਖ ਲਿਆ ਵੀ ਇਹਨਾਂ ਨੂੰ ਹੁਣ ਇਸ ਤਰੀਕੇ ਨਾਲ ਗੁਲਾਮ ਬਣਾਓ ਵੀ ਜਿਹੜੀ ਇਹਨਾਂ ਕੋਲ ਜ਼ਮੀਨ ਹੈ ਉਹ ਵੀ ਖੋਹ ਲਓ, ਪੂਰੀ ਤਰ੍ਹਾਂ ਗੁਲਾਮ ਬਣ ਜਾਣ। ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਈ ਜੇ ਕੋਈ ਬੰਦਾ ਸਹੀ ਮਾਇਨਿਆਂ ਵਿੱਚ ਜੀਵਨ ਜੀਵੇ ਤਾਂ ਕਿਸਾਨ ਸਭ ਦਾ ਰਾਜਾ ਹੈ। ਕਿਸਾਨ ਬਹੁਤਾ ਸੁੱਖ ਸਹੂਲਤਾਂ ਵਿੱਚ ਨਾ ਪਵੇ, ਸਾਦਾ ਪ੍ਰਸ਼ਾਦਾ ਬਣਾ ਕੇ ਛਕੇ, ਕਿਸੇ ਅੱਗੇ ਹੱਥ ਨਹੀਂ ਅੱਡੇਗਾ। ਪਰ ਜਿਹੜੇ ਪੈਸੇ ਵਾਲੇ ਬਿਜ਼ਨਸਮੈਨ ਹੀਰਿਆਂ ਮੋਤੀਆਂ ਦਾ ਭਾਵੇਂ ਵਪਾਰ ਕਰਦੇ, ਸੋਨੇ ਚਾਂਦੀ ਦਾ ਕਰਦੇ ਆ, ਸੋਨਾ ਚਾਂਦੀ ਹੀਰੇ ਮੋਤੀ ਖਾ ਤਾਂ ਨਹੀਂ ਨਾ ਸਕਦੇ, ਫਿਰ ਉਹਨਾਂ ਨੂੰ ਕਿਸਾਨ ਦੀ, ਖੇਤੀਬਾੜੀ ਕਰਨ ਵਾਲੇ ਦੀ, ਫਸਲ ਪੈਦਾ ਕਰਨ ਵਾਲੇ ਦੀ ਮੁਥਾਜੀ ਕਰਨੀ ਪਏਗੀ, ਉਹਦੇ ਅੱਗੇ ਹੱਥ ਅੱਡਣਾ ਪਏਗਾ। ਕਿਸਾਨ ਨੂੰ ਨਹੀਂ ਅੱਡਣਾ ਪਏਗਾ, ਕਿਉਂਕਿ ਉਹਨੇ ਤੇ ਆਪਣੇ ਪਕਾ ਕੇ ਖਾ ਲੈਣੀ ਹੈ ਘਰ ਦੇ ਵਿੱਚ।
ਕਿਸਾਨ ਉਦੋਂ ਹੱਥ ਅੱਡਦਾ ਜਦੋਂ ਆਪਣੀਆਂ ਲੋੜਾਂ ਵਧਾ ਲੈਂਦਾ। ਸਾਰਾ ਸਿਸਟਮ ਹੀ ਹੁਣ ਤਾਂ ਸੰਸਾਰ ਦਾ ਇਦਾਂ ਤੱਕ ਬਣਾ ਦਿੱਤਾ ਗਿਆ ਸਰਕਾਰਾਂ ਵੱਲੋਂ ਵੀ ਅਸੀਂ ਗੁਲਾਮ ਬਣ ਗਏ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਆਪਣੇ ਘਰ ਅੰਦਰ ਰਸ ਪੁੰਚ ਤੂੰ, ਆਪਣੇ ਘਰ ਦੇ ਵਿੱਚ ਤੂੰ ਆਨੰਦ ਨਾਲ ਰਹਿ ਸਕਦਾ। ਆਪਣੀ ਖਾ ਤੇ ਆਪਣੀ ਕਮਾ ਤੇ ਆਪਣੀ ਖਾ। ਇਸੇ ਤਰ੍ਹਾਂ ਹੀ ਗੁਰਸਿੱਖ ਜਿਹੜਾ ਹੈ ਉਹ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਰੂਪੀ ਖੇਤੀ ਬੀਜ ਕੇ ਆਨੰਦ ਲੈ ਸਕਦਾ। ਕਿਸੇ ਬਾਹਰਲੇ ਆਨੰਦ ਦੀ ਲੋੜ ਨਹੀਂ, ਕਿਸੇ ਬਾਹਰਲੇ ਸੁੱਖ ਦੀ ਲੋੜ ਨਹੀਂ। ਅੰਦਰ ਹੀ ਵਾਹਿਗੁਰੂ 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 ਜਪ ਕੇ ਅੰਦਰ ਹੀ ਸਾਰਾ ਸੁੱਖ ਆਨੰਦ ਸ਼ਾਂਤੀ ਲੈ ਸਕਦਾ। ਲਾਹਾ ਲੈ ਪਰਥਾਏ ਰਾਮ, ਤੇ ਐਸਾ ਲਾਹਾ ਖੱਟ ਸਕਦਾ ਜਿਹੜਾ ਇੱਥੇ ਵੀ ਕੰਮ ਆਵੇ ਤੇ ਅੱਗੇ ਵੀ ਕਦੀ ਘਾਟਾ ਪਵੇ ਹੀ ਨਾ। ਲਾਹਾ ਪਰਥਾਏ ਹਰ ਮਨ ਵਸਾਏ, ਧਨ ਖੇਤੀ ਵਪਾਰਾ। ਉਹ ਲਾਹਾ ਲੈ ਕੇ ਹਰੀ ਨੂੰ ਆਪਣੇ ਮਨ ਵਿੱਚ ਵਸਾ ਕੇ ਆਪਣੀ ਖੇਤੀ ਧਨ ਵਧਾ ਸਕਦਾ ਹੈ। ਐਸਾ ਇਹ ਵਪਾਰ ਹੈ, ਇਹੋ ਜਿਹੀ ਇਹ ਖੇਤੀ ਹੈ ਜਿਹਦੇ ਨਾਲ ਸੰਸਾਰ ਵਿੱਚ ਨਾ ਕੋਈ ਵਪਾਰ ਰਲਦਾ ਨਾ ਕੋਈ ਖੇਤੀ ਰਲਦੀ। ਜਦੋਂ ਅਸੀਂ ਦੇਖਦੇ ਹਾਂ ਸਤਿਗੁਰੂ ਨਾਨਕ ਦੇਵ ਜੀ ਦੀ ਖੇਤੀ ਵਿੱਚ ਤੇ ਸਾਡੀ ਖੇਤੀ 'ਚ ਫਰਕ ਹੈ। ਕੀ ਫਰਕ ਹੈ? ਗੁਰੂ ਨਾਨਕ ਨੇ ਨਾਮ ਦੀ ਖੇਤੀ ਵੀ ਨਾਲ ਬੀਜੀ ਹੈ। ਜਦੋਂ ਮਹਾਰਾਜ ਹਲ ਵਾਹੁੰਦੇ ਸੀ ਤੇ ਉਦੋਂ ਵੀ ਤੂੰ ਹੀ ਨਿਰੰਕਾਰ ਜਪਦੇ ਸੀ ਤੇ ਆਪੇ ਹੀ ਖੇਤਾਂ ਦੇ ਵਿੱਚ ਹਲ ਵਗ ਰਹੇ ਸੀ, ਆਪੇ ਹੀ ਖੂਹ ਚੱਲ ਰਹੇ ਸੀ, ਆਪੇ ਹੀ ਫਸਲਾਂ ਉਗ ਰਹੀਆਂ ਸੀ ਤੇ ਆਪੇ ਹੀ ਉੱਥੇ ਹਜ਼ਾਰਾਂ ਬੰਦਾ ਲੰਗਰ ਛਕ ਰਿਹਾ ਸੀ, ਤੋੜ ਨਹੀਂ ਸੀ ਆ ਰਹੀ, ਕਿਉਂਕਿ ਸਾਰਾ ਕੁਝ ਵਾਹਿਗੁਰੂ ਦਾ ਕਹਿਤਾ। ਜਦੋਂ ਵਾਹਿਗੁਰੂ ਦਾ ਕਹੇਗਾ ਤੇ ਉਹਦੀ ਖੇਤੀ 'ਚ ਬਰਕਤ ਪਵੇਗੀ। ਜਦੋਂ ਵਾਹਿਗੁਰੂ ਦਾ ਆਖਾਂਗੇ ਤੇ ਉਹਦੇ ਬਿਜ਼ਨਸ ਵਿੱਚ ਵੀ ਵਾਧਾ ਪਵੇਗਾ। ਮਹਾਰਾਜ 13 ਤੋਲਦੇ ਸੀ ਤੇ ਜਦੋਂ ਸ਼ਿਕਾਇਤ ਕਰਨ ਵਾਲੇ ਸ਼ਿਕਾਇਤ ਕਰਦੇ ਸੀ, ਮਹਾਰਾਜ ਦਾ ਹਿਸਾਬ ਚੈੱਕ ਹੁੰਦਾ ਸੀ, ਵਾਧਾ ਨਿਕਲਦਾ ਸੀ। ਮਹਾਰਾਜ ਕਹਿੰਦੇ ਲਾਹਾ ਲੈ ਪਰਥਾਏ ਰਾਮ, ਬੜਾ ਭਾਰੀ ਲਾਹਾ ਹੈ। ਹਰ ਨਾਮ ਧਿਆਏ ਮਨ ਵਸਾਏ, ਬੂਝੈ ਗੁਰ ਵਿਚਾਰਾ। ਹਰੀ ਦੇ ਨਾਮ ਜਪਣ ਵਾਲੇ, ਹਰੀ ਦੇ ਨਾਮ ਨੂੰ ਮਨ ਵਿੱਚ ਵਸਾਉਣ ਵਾਲੇ ਧਨ ਹੁੰਦੇ ਹਨ। ਮਹਾਰਾਜ ਕਹਿੰਦੇ ਜਿਹੜੇ ਗੁਰੂ ਦੀ ਵਿਚਾਰ ਨੂੰ ਬੁੱਝਦੇ ਹਨ। ਗੁਰੂ ਤੋਂ ਹੀ ਇਹ ਗੱਲ ਸਮਝ ਆਉਂਦੀ ਹੈ, ਹੋਰ ਕੋਈ ਦੱਸ ਨਹੀਂ ਸਕਦਾ। ਮਨਮੁਖ ਖੇਤੀ ਵਣਜ ਕਰ ਥਾਕੇ, ਤ੍ਰਿਸ਼ਨਾ ਭੁੱਖ ਨਾ ਜਾਏ। ਦੂਜੇ ਪਾਸੇ ਮਨਮੁਖ ਬੰਦੇ ਖੇਤੀ ਵੀ ਕਰਦੇ ਨੇ, ਵਣਜ ਵਪਾਰ ਵੀ ਕਰਦੇ ਨੇ, ਪਰ ਭੁੱਖੇ ਦੇ ਭੁੱਖੇ ਹੀ ਰਹਿੰਦੇ ਨੇ। ਤ੍ਰਿਸ਼ਨਾ ਭੁੱਖ ਜਾਂਦੀ ਨਹੀਂ, ਕਿਉਂਕਿ ਉਹਨਾਂ ਨੇ ਆਪਣੀਆਂ ਖਾਹਿਸ਼ਾਂ, ਆਪਣੀਆਂ ਲੋੜਾਂ ਬਹੁਤ ਵਧਾਈਆਂ ਹੋਈਆਂ ਨੇ। ਨਾਨਕ ਨਾਮ ਬੀਜ ਮਨ ਅੰਦਰ, ਸੱਚਾ ਸ਼ਬਦ ਸੁਭਾਏ। ਮਹਾਰਾਜ ਕਹਿੰਦੇ ਨੇ ਆਪਣੇ ਮਨ ਦੇ ਵਿੱਚ ਨਾਮ ਰੂਪੀ ਬੀਜ ਬੀਜੀਏ, ਸੱਚੇ ਸ਼ਬਦ ਦੁਆਰਾ ਸਹਿ ਸੁਭਾਈ ਚੜ੍ਹਦੀ ਕਲਾ ਹੋਵੇਗੀ। ਉਹ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਇਹ ਨਾਮ ਵੀ ਬੀਜਿਆ ਹੋਇਆ ਦੋਵਾਂ ਜਹਾਨਾਂ ਵਿੱਚ ਫਲੀਭੂਤ ਹੋਵੇਗਾ। ਇਹ ਪਾਵਨ ਗੁਰਵਾਕ ਸਤਿਗੁਰਾਂ ਦੇ ਸੰਗਤਾਂ ਨਾਲ ਸਾਂਝੇ ਕੀਤੇ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ। ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ। ਸਤਿਗੁਰੂ